ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੇਜਿੰਦਰਜੀਤ ਸਿੰਘ ਮੁਲਤਾਨੀ ਫਰੋਮ ਸਟੱਡੀ ਪਲੈਨਟ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਅੱਜ ਤੁਹਾਡੇ ਨਾਲ ਯੂਕੇ ਦੇ ਸਟੂਡੈਂਟ ਬਾਰੇ ਗੱਲ ਕਰਾਂਗੇ। ਯੂਕੇ ਦਾ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੈਗਾ ਕਿ 6 ਜੁਲਾਈ ਨੂੰ ਯੂਕੇ VFS ਖੁੱਲ੍ਹ ਚੁੱਕੇ ਹੈਗੇ ਨੇ ਔਰ ਸਟੂਡੈਂਟਸ ਦੀ ਜਿਹੜੀ ਐਪਲੀਕੇਸ਼ਨਸ ਹੈਗੀਆਂ ਨੇ ਯੂਕੇ VFS ਵਿੱਚ ਸਬਮਿਟ ਹੋਣੀਆਂ ਸ਼ੁਰੂ ਹੋ ਗਈਆਂ ਨੇ। ਦੋਸਤੋ, ਯੂਕੇ ਦਾ ਸਾਨੂੰ ਬੈਸਟ ਔਰ ਸਹੀ ਸਿਸਟਮ ਇਹ ਹੈ ਕਿ ਜਿਹੜੇ ਬੱਚੇ ਇੰਗਲਿਸ਼ ਜਾਂ ਆਇਲਟਸ ਨਹੀਂ ਕਰ ਸਕਦੇ ਹੈਗੇ ਉਹਨਾਂ ਵਾਸਤੇ ਵੀ ਯੂਕੇ ਮੌਕਾ ਦਿੰਦਾ ਹੈਗਾ ਆ ਆਪਣੀ ਸਟੱਡੀ ਕੰਪਲੀਟ ਕਰਨ ਲਈ। ਮਿਨੀਮਮ ਰਿਕੁਆਇਰਮੈਂਟ ਜਿਹੜੇ ਬੱਚੇ ਵਿਦਆਊਟ ਆਇਲਟਸ ਜਾਣਾ ਚਾਹੁੰਦੇ ਹੈਗੇ ਨੇ ਉਹਦੇ ਵਿੱਚ ਦੀ ਬੈਸਟ ਆਪਸ਼ਨ ਹੈਗੀ ਆ ਕਿ ਅਗਰ ਤੁਸੀਂ 2018-19 ਪਾਸ ਆਊਟ ਹੈਗੇ ਆ ਔਰ ਤੁਹਾਡੇ 60% ਮਾਰਕਸ ਓਵਰਆਲ ਹੈਗੇ ਨੇ ਐਂਡ 60% ਮਾਰਕਸ ਤੁਹਾਡੇ ਇੰਗਲਿਸ਼ ਵਿੱਚ ਹੈਗੇ ਨੇ ਤਾਂ ਤੁਹਾਨੂੰ ਚੰਗੀਆਂ ਯੂਨੀਵਰਸਿਟੀਜ਼ ਵਿੱਚ ਐਡਮਿਸ਼ਨ ਮਿਲ ਸਕਦੀ ਹੈਗੀ ਆ। ਮੈਂ ਤੁਹਾਨੂੰ ਅਗੇਨ ਰਿਪੀਟ ਕਰਨਾ ਕਿ ਜਿਹੜੇ ਬੱਚੇ ਦੇ 60% ਓਵਰ ਆ ਐਂਡ 60% ਮਾਰਕਸ ਇਨ ਇੰਗਲਿਸ਼ ਹੈ ਔਰ 2018 ਜਾਂ 19 ਪਾਸ ਆਊਟ ਹੈਗਾ ਆ, ਉਹ ਬੱਚਾ ਵਿਦਆਊਟ ਆਇਲਟਸ ਯੂਕੇ ਵਿੱਚ ਸਟੱਡੀ ਕਰ ਸਕਦਾ ਹੈ। ਦਿਸ ਇਜ਼ ਦਾ ਮਿਨੀਮਮ ਰਿਕੁਆਇਰਮੈਂਟ ਰਿਕੁਆਇਰਡ ਬਾਈ ਦਾ ਯੂਕੇ ਯੂਨੀਵਰਸਿਟੀਜ਼। ਸੋ ਜਿਹੜੇ ਬੱਚੇ ਨੇ ਅਗਰ ਆਪਣੀ ਸਟੱਡੀ ਕੰਪਲੀਟ ਡਿਗਰੀ ਪ੍ਰੋਗਰਾਮ ਵਾਸਤੇ ਜਾਣਾ ਔਰ ਮਿਨੀਮਮ ਨੋਮੀਨਲ ਫੀਸਿਸ 'ਤੇ ਜਾ ਕੇ ਉੱਥੇ ਸਟੱਡੀ ਕਰਨੀ ਹੈਗੀ ਆ ਤੇ ਯੂਕੇ ਦੇ ਵਿੱਚ ਯੂਨੀਵਰਸਿਟੀਜ਼ ਇਸ ਕਲਾਸ ਦੇ ਬੱਚਿਆਂ ਨੂੰ ਆਫਰ ਲੈਟਰ ਪਲੱਸ ਵੀਜ਼ਾ ਵੀ ਦੇ ਰਿਹਾ ਹੈ। ਦੂਸਰਾ, ਯੂਕੇ ਦੇ ਵਿੱਚ ਜਿਹੜੇ ਬੱਚਿਆਂ ਦੇ ਕੋਲ ਅਲੱਗ-ਅਲੱਗ ਯੂਨੀਵਰਸਿਟੀਜ਼ ਹੈਗੀਆਂ ਨੇ, ਅਲੱਗ-ਅਲੱਗ ਉਹਦੇ ਰਿਕੁਆਇਰਮੈਂਟਸ ਹੈਗੀਆਂ ਨੇ। ਮਿਨੀਮਮ ਰਿਕੁਆਇਰਮੈਂਟ ਮੈਂ ਤੁਹਾਨੂੰ ਦਿੱਤੀ, ਮੈਕਸਿਮਮ ਜਿਹੜੇ ਬੱਚਿਆਂ ਦੇ ਕੋਲ 6.5 ਅਗਰ ਗ੍ਰੈਜੂਏਟ ਬੱਚੇ ਹੈਗੇ ਨੇ ਤਾਂ ਦੈਨ ਇੰਗਲਿਸ਼ ਦੀ ਰਿਕੁਆਇਰਮੈਂਟ ਸੇਮ ਉਹੀ ਹੈਗੀ ਆ ਸਿਮਿਲਰਲੀ, ਬਟ ਕੁਛ ਕੁ ਯੂਨੀਵਰਸਿਟੀਜ਼ ਨੇ ਆਇਲਸ ਵੀ ਮੰਗਿਆ ਹੈਗਾ ਆ। ਜਿਵੇਂ ਫੋਰ ਐਗਜ਼ਾਮਪਲ ਬਰਮਿੰਗਮ ਸਿਟੀ ਯੂਨੀਵਰਸਿਟੀ ਹੈਗੀ ਆ, ਯੂਨੀਵਰਸਿਟੀ ਆਫ ਵੈਸਟ ਲੰਡਨ ਹੈ, ਉਸ ਤੋਂ ਬਾਅਦ ਮਿਡਲਸੈਕਸ ਯੂਨੀਵਰਸਿਟੀ ਹੈ ਜਾਂ ਆਪਣਾ ਐਸਟਨ ਯੂਨੀਵਰਸਿਟੀ ਹੈਗੀ ਨੇ ਜਿਹੜੀਆਂ ਬਰਮਿੰਗਮ ਜਾਂ ਲੰਡਨ ਦੇ ਵਿੱਚ ਹੈਗੀਆਂ ਨੇ। ਹਾਊਐਵਰ ਕੁਛ ਕੁ ਯੂਨੀਵਰਸਿਟੀਆਂ ਵਿਦਆਊਟ ਆਇਲਸ ਆਫਰ ਲੈਟਰ ਦੇ ਰਹੀਆਂ ਨੇ, ਉਹਦੇ 'ਚ ਤੁਹਾਨੂੰ ਥੋੜ੍ਹੀ ਜਿਹੀ ਐਡਜਸਟਮੈਂਟ ਕਰਨੀ ਪੈਣੀ ਹੈਗੀ ਆ ਕਿਉਂਕਿ ਜਿੱਥੇ ਵੀ ਆਪਣੇ ਮੈਕਸੀਮਮ ਰਿਸ਼ਤੇਦਾਰ ਜਾਂ ਜਿੱਥੇ ਮੈਕਸੀਮਮ ਪੰਜਾਬੀ ਹੈਗੇ ਨੇ ਉਹ ਲੰਡਨ ਜਾਂ ਬਰਮਿੰਗਮ ਦੇ ਵਿੱਚ ਨੇ, ਬਟ ਇਹਨਾਂ ਦੇ ਵਿੱਚ ਹੀ ਇਹਨਾਂ ਦੇ ਆਸ-ਪਾਸ ਜਿਹੜੇ ਹੈਗੇ ਨੇ ਯੂਨੀਵਰਸਿਟੀ ਜਿਹੜੀਆਂ ਹੈਗੇ ਨੇ ਵਿਦਆਊਟ ਆਇਲਟਸ ਆਫਰ ਲੈਟਰ ਪ੍ਰੋਵਾਈਡਸ ਕਰਦੀਆਂ ਪਈਆਂ ਨੇ। ਤੁਹਾਨੂੰ ਆਫਰ ਲੈਟਰ ਵੀ ਵਿਦਿਨ 10 to 15 ਡੇਜ਼ ਦੇ ਵਿੱਚ ਆਫਰ ਲੈਟਰ ਮਿਲ ਜਾਏਗੀ। ਕੁਛ ਕੁ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਨੇ ਉਹ ਇੰਟਰਵਿਊ ਲੈ ਰਹੀਆਂ ਨੇ। ਆਫ ਕੋਰਸ ਜਿਹੜੇ ਬੱਚੇ ਨੇ ਉੱਥੇ ਜਾ ਕੇ ਸਟੱਡੀ ਕਰਨੀ ਹੈਗੀ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜਾ ਕੋਰਸ ਕਰਨ ਜਾ ਰਿਹਾ, ਮੇਰੇ ਕੋਰਸ ਦੀ ਫੀਸ ਕਿੰਨੀ ਹੈਗੀ, ਇਹ ਯੂਨੀਵਰਸਿਟੀ ਕਿੱਥੇ ਹੈਗੀ ਆ, ਇੱਥੇ ਮੈਂ ਕਿੱਥੇ ਜਾ ਕੇ ਰਹਿਣਾ ਹੈਗਾ, ਐਂਡ ਇਹ ਸਾਰਿਆਂ ਤੋਂ ਇਲਾਵਾ ਮੈਂ ਕਿੰਨੀ ਫੀਸ ਪੇ ਕਰਕੇ ਮੇਰੀ ਇਹ ਫੀਸ ਪੇ ਕਰਨ ਤੋਂ ਬਾਅਦ ਇਹ 3 ਸਾਲ ਦੀ ਡਿਗਰੀ ਕਰਨ ਤੋਂ ਬਾਅਦ ਮੇਰੀ ਜੌਬ ਡੈਸਟੀਨੇਸ਼ਨ ਕੀ ਹੋਏਗੀ, ਡੈਜ਼ਿਗਨੇਸ਼ਨ ਕੀ ਹੋਏਗਾ, ਮੈਨੂੰ ਕਿਹੜੀ ਜੌਬ ਮਿਲੇਗੀ। ਮੀਨਸ ਯੂਕੇ ਕਨਫਰਮ ਕਰਨਾ ਚਾਹੁੰਦਾ ਕਿ ਅਗਰ ਤੁਸੀਂ ਉੱਥੇ ਡਿਗਰੀ ਕਰਦੇ ਪਏ ਹੈਗੇ ਹੋ ਤੇ ਅਲਟੀਮੇਟਲੀ ਤੁਹਾਨੂੰ ਜੌਬਸ ਕੀ ਪੋਸੀਬਿਲਿਟੀਜ਼ ਹੈਗੀਆਂ ਨੇ, ਕਿਹੜੀ ਜੌਬਸ ਤੁਹਾਨੂੰ ਮਿਲਣਗੀਆਂ। ਸੋ ਇਹ ਸਿੰਪਲ ਕੁਐਸਚਨ ਹੈਗੇ ਨੇ ਕਿ ਜਿਹੜਾ ਮੈਨੂੰ ਲੱਗਦਾ ਕਿ ਹਰ ਇੱਕ ਯੂਨੀਵਰਸਿਟੀ ਇੰਟਰਵਿਊ ਦੇ ਦੌਰਾਨ ਪੁੱਛਦੀ ਹੈਗੀ ਆ ਔਰ ਨੈਚੁਰਲੀ ਗੱਲ ਹੈਗੀ ਆ ਇਹ ਬੱਚੇ ਨੂੰ ਏਅਰਪੋਰਟ 'ਤੇ ਵੀ ਪੁੱਛ ਸਕਦੇ ਹੈਗੇ ਨੇ ਔਰ ਉਹ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈਗਾ। ਇਹ ਸਿੰਪਲ ਇੰਟਰਵਿਊ ਦੇਣ ਤੋਂ ਬਾਅਦ ਬੱਚਾ ਆਫਰ ਲੈਟਰ ਲੈਣ ਤੋਂ ਬੱਚੇ ਦੀ ਪਹਿਲਾਂ ਆਫਰ ਲੈਟਰ ਆਏਗੀ, ਆਫਰ ਲੈਟਰ ਆਉਣ ਤੋਂ ਬਾਅਦ ਬੱਚੇ ਦੀ ਇੰਟਰਵਿਊ ਹੋਣੀ ਆ। ਜਦੋਂ ਇੰਟਰਵਿਊ ਕਲੀਅਰ ਹੋ ਜਾਂਦੀ ਆ ਫਿਰ ਬੱਚੇ ਨੂੰ ਆਪਣੀ ਫੀਸ ਪੇ ਕਰਨੀ ਹੁੰਦੀ ਆ, ਦੈਟ ਇਜ਼ ਨੀਅਰ ਅਬਾਊਟ 6000 ਤੋਂ ਲੈ ਕੇ 12000 ਜਿਹੜੀ ਸਾਲ ਦੀ ਫੀਸ ਹੈਗੀ ਆ ਉਹ ਬੱਚੇ ਦੀ ਆਉਂਦੀ ਆ। ਸਾਲ ਦੀ ਫੀਸ ਜਿਹੜੀ ਹੈਗੀ ਆ ਉਹ 10000 ਤੋਂ 12000 ਹੈ। ਹਾਊਐਵਰ ਕੁਛ ਯੂਨੀਵਰਸਿਟੀਆਂ ਜਿਹੜੀਆਂ 6000 ਫੀਸ ਲੈ ਕੇ ਬੱਚੇ ਨੂੰ ਕੈਸ਼ ਲੈਟਰ ਪ੍ਰੋਵਾਈਡ ਕਰ ਦਿੰਦੀਆਂ ਹੈਗੀਆਂ ਨੇ ਐਂਡ 1 ਸਾਲ ਦਾ ਮੇਨਟੇਨੈਂਸ ਆਪਾਂ ਨੇ ਉਹਨੂੰ ਦਿਖਾਉਣਾ ਪੈਂਦਾ। ਅਗਰ ਬੱਚਾ ਇਨਸਾਈਡ ਲੰਡਨ ਦੇ ਵਿੱਚ ਹੈਗਾ ਆ ਤਾਂ ਨੀਅਰ ਅਬਾਊਟ ਆਪਾਂ ਨੂੰ 12 ਲੱਖ ਤੁਹਾਡੇ ਅਕਾਊਂਟ ਦੇ ਵਿੱਚ ਚਾਹੀਦਾ। ਅਗਰ ਆਊਟਸਾਈਡ ਲੰਡਨ ਹੈਗਾ ਆ ਤਾਂ ਨੀਅਰ ਅਬਾਊਟ ਤੁਹਾਨੂੰ 9.5 ਲੱਖ ਰੁਪਇਆ ਤੁਹਾਡੇ ਖਾਤੇ ਵਿੱਚ ਹੋਣਾ ਚਾਹੀਦਾ ਹੈਗਾ। ਪਲੱਸ ਜਿੰਨੀ ਤੁਸੀਂ ਫੀਸ ਕੀਤੀ ਹੈਗੀ ਆ ਪੇਡ, ਉਹਦੇ ਵਿੱਚੋਂ ਉਹ ਜਿੰਨੀ 1 ਸਾਲ ਦੀ ਫੀਸ ਹੈਗੀ ਉਹਦੇ ਵਿੱਚੋਂ ਜਿੰਨੀ ਤੁਸੀਂ ਪੇਡ ਕੀਤੀ ਹੈਗੀ ਜਿਹੜੀ ਬੈਲੈਂਸ ਅਮਾਊਂਟ ਹੈਗੀ ਆ ਉਹ ਵੀ ਤੁਹਾਡੇ ਅਕਾਊਂਟ ਦੇ ਵਿੱਚ 28 ਦਿਨ ਪੁਰਾਣਾ ਹੋਣਾ ਚਾਹੀਦਾ ਹੈਗਾ। ਮੀਨਸ ਜਿਹੜਾ ਬੈਲੈਂਸ ਅਮਾਊਂਟ ਆ ਇਟ ਸ਼ੁੱਡ ਬੀ ਮੇਨਟੇਨੈਂਸ ਪਲੱਸ ਦਾ ਰਿਮੇਨਿੰਗ ਫੀਸ ਆਫ ਦਾ ਯੂਨੀਵਰਸਿਟੀ ਆਫ 1 ਈਅਰ। 1 ਸਾਲ ਦੀ ਫੀਸ ਦਾ ਰਿਮੇਨਿੰਗ ਪਲੱਸ ਤੁਹਾਡੀ ਮੇਨਟੇਨੈਂਸ ਫੀਸ, ਟੋਟਲ ਅਮਾਊਂਟ ਤੁਹਾਡੇ ਅਕਾਊਂਟ ਦੇ ਵਿੱਚ 28 ਦਿਨ ਪੁਰਾਣੇ ਹੋਣੇ ਚਾਹੀਦੇ ਹੈਗੇ ਨੇ। ਬੈਂਕ ਦਾ ਲੈਟਰ ਬੈਂਕ ਦੇ ਲੋਗੋ ਵਿੱਚ ਹੋਣਾ ਚਾਹੀਦਾ ਹੈਗਾ ਆ। ਪਲੱਸ ਤੁਸੀਂ ਆਪਣੇ ਪੇਰੈਂਟਸ ਦੇ ਫੰਡ ਸ਼ੋ ਕਰ ਸਕਦੇ ਹੈਗੇ ਹੋ, ਬਟ ਅਗਰ ਤੁਸੀਂ ਆਪਣੇ ਪੇਰੈਂਟਸ ਦੇ ਫੰਡ ਸ਼ੋ ਕਰਨੇ ਹੈਗੇ ਨੇ ਦੈਨ ਯੂ ਮਸਟ ਹੈਵ ਬਰਥ ਸਰਟੀਫਿਕੇਟ। ਸਿਰਫ 2 ਜਾਣਿਆਂ ਦੇ ਪੈਸੇ ਸ਼ੋ ਹੋ ਸਕਦੇ ਹੈਗੇ ਨੇ,
ਜਾਂ ਬੱਚੇ ਦੇ ਖੁਦ ਆਪਣੇ ਜਾਂ ਫਿਰ ਉਹਦੇ ਪੇਰੈਂਟਸ ਦੇ। ਪੇਰੈਂਟਸ ਮੀਨਸ ਮੰਮੀ ਤੇ ਡੈਡੀ, नो ब्रदर नो सिस्टर, ओनली मदर एंड फादर, और वो भी ਤਾਂ ਜੇ ਤੁਹਾਡੇ ਕੋਲ ਬਰਥ ਸਰਟੀਫਿਕੇਟ ਹੈ। ਤੀਸਰਾ, ਕਿਸੇ ਦਾ ਫੰਡ ਨਹੀਂ ਲੱਗਣਾ, ਕੋਈ ਸੋਰਸ ਆਫ ਇਨਕਮ ਨਹੀਂ ਲੱਗਣਾ ਹੈਗਾ ਆ, ਕੋਈ ਇਹੋ ਜਿਹੀ ਚੀਜ਼ ਦਿਖਾਉਣ ਦੀ ਜ਼ਰੂਰਤ ਨਹੀਂ ਹੈਗੀ। ਸਿਰਫ ਇੰਟਰਵਿਊ ਵਿੱਚ ਉਹ ਪੁੱਛ ਸਕਦੇ ਹੈਗੇ ਨੇ ਕਿ ਤੁਹਾਡੇ ਪੇਰੈਂਟਸ ਦੀ ਜਿਹੜੀ ਹੈਗੀ ਆ ਉਹ ਸੋਰਸਿਸ ਕੀ ਹੈਗੇ ਨੇ, ਕਿੱਥੋਂ ਤੁਹਾਨੂੰ ਪੈਸਾ ਆਉਂਦਾ। ਯੂਨੀਵਰਸਿਟੀ ਇੰਟਰਵਿਊ ਵਿੱਚ ਪੁੱਛਦੀ ਹੈਗੀ ਆ, ਬਟ ਜਦੋਂ ਅਸੀਂ ਅੰਬੈਸੀ ਦੇ ਵਿੱਚ ਫਾਈਲ ਲਗਾਉਂਦੇ ਹੈਗੇ ਆ ਤਾਂ ਫਿਰ ਇਹ ਚੀਜ਼ਾਂ ਬਿਲਕੁਲ ਨਹੀਂ ਚਾਹੀਦੀਆਂ। ਮੀਨਸ ਸਿਰਫ 3 ਚੀਜ਼ਾਂ, ਤੁਹਾਡੀ ਇੰਟਰਵਿਊ ਕਲੀਅਰ ਹੈ, ਤੁਸੀਂ ਫੀਸ ਕਿੰਨੇ ਪੇ ਕੀਤੀ ਔਰ ਤੁਹਾਡੇ ਫੰਡ ਕਿੰਨੇ ਹੈਗੇ ਨੇ। ਚੌਥਾ, ਤੁਹਾਡਾ ਬਰਥ ਸਰਟੀਫਿਕੇਟ। ਪੰਜਵੀਂ, ਇਸ ਤੋਂ ਇਲਾਵਾ ਕੋਈ ਚੀਜ਼ ਹੋਰ ਲਗਾਉਣ ਦੀ ਜ਼ਰੂਰਤ ਨਹੀਂ ਹੈ। ਨਾ UKBA ਮੰਗਦਾ ਹੈਗਾ ਅਤੇ ਨਾ ਹੀ ਕੋਈ ਲਗਾਉਣ ਦੀ ਜ਼ਰੂਰਤ ਹੈ। ਸੋ ਸਿੰਪਲ ਪ੍ਰੋਸੈਸ ਹੈਗਾ ਆ, ਸਟ੍ਰੇਟ ਫਾਰਵਰਡ ਪ੍ਰੋਸੈਸ ਹੈਗਾ ਆ। ਉੱਥੇ ਜਾਣ ਤੋਂ ਬਾਅਦ ਇੱਕ ਸ਼ਰਤ ਉਹਨਾਂ ਨੇ UKBA ਨੇ ਰੱਖੀ ਹੈ ਕਿ ਜਿਹੜਾ ਬੱਚਾ ਏਅਰਪੋਰਟ 'ਤੇ ਉਤਰੇਗਾ ਉਹਨੂੰ ਸਾਨੂੰ ਐਡਰੈਸ ਦੇਣਾ ਪੈਣਾ ਹੈਗਾ। ਉਸ ਐਡਰੈਸ ਦੇ ਵਿੱਚ ਉਹ ਬੱਚਾ 14 ਦਿਨ ਦੀ ਕੁਆਰੰਟਾਈਨ ਦੇ ਵਿੱਚ ਰਹੇਗਾ। 14 ਦਿਨ ਤੋਂ ਬਾਅਦ ਉਹ ਬੱਚਾ ਆਪਣੀ ਯੂਨੀਵਰਸਿਟੀ ਵਿੱਚ ਜਾ ਕੇ ਜੁਆਇਨ ਕਰ ਸਕਦਾ ਹੈਗਾ, ਬਟ 14 ਡੇਜ਼ ਹੀ ਮਸਟ ਸਟੇ ਐਟ ਅ ਹੋਮ, ਔਰ ਉਹ ਐਡਰੈਸ ਸਾਨੂੰ ਪਹਿਲਾਂ ਪ੍ਰੋਵਾਈਡ ਕਰਨਾ ਪੈਣਾ ਹੈਗਾ। ਜਿਹੜਾ ਬੱਚਾ ਨਹੀਂ ਪ੍ਰੋਵਾਈਡ ਕਰੇਗਾ ਉਹਨੂੰ ਏਅਰਪੋਰਟ 'ਤੇ ਫਾਈਨ ਵੀ ਲੱਗੇਗਾ। ਇਸ ਧਿਆਨ ਤੁਸੀਂ ਆਪਣਾ ਰੱਖਣਾ ਕਿ ਜਦੋਂ ਤੁਸੀਂ ਇੱਥੋਂ ਜਾਣਾ ਹੈਗਾ ਆ ਉਸ ਟਾਈਮ 'ਤੇ ਤੁਹਾਡੇ ਕੋਲ ਐਡਰੈਸ ਤੁਹਾਡੇ ਜੇਬ ਦੇ ਵਿੱਚ ਹੋਣਾ ਚਾਹੀਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਿਹਦੇ ਕੋਲ ਜਾ ਕੇ 14 ਦਿਨ ਰਹਿਣਾ ਔਰ ਕੁਆਰੰਟਾਈਨ ਦੇ ਵਿੱਚ ਰਹਿਣਾ ਹੈਗਾ, ਜੋ ਅੱਜ ਦੇ ਰੂਲਸ ਆਪਣਾ ਕੋਵਿਡ ਦੇ ਚੱਲਦੇ ਪਏ ਹੈਗੇ। ਸੋ ਬਹੁਤ ਵਧੀਆ ਮੌਕਾ ਹੈਗਾ ਆ। ਬਾਕੀ ਦੇ ਕੰਟਰੀ ਜਿਹੜੇ ਇਸ ਟਾਈਮ ਬੰਦ ਹੋਏ ਪਏ ਹੈਗੇ ਨੇ, ਉਹਨਾਂ ਤੋਂ ਇਲਾਵਾ ਇਹ UK ਜਿਹੜਾ ਹੈਗਾ ਆ ਉਹ ਬਿਲਕੁਲ ਡਿਫਰੈਂਟ ਆ। ਉਹਨਾਂ ਨੇ ਆਪਣਾ ਸਿਸਟਮ ਖੋਲ੍ਹਤਾ, ਰੂਲਸ ਐਂਡ ਰੈਗੂਲੇਸ਼ਨ ਬਹੁਤ ਜ਼ਿਆਦਾ ਸਟਰੋਂਗ ਹੈਗੇ ਨੇ। ਉਹਨਾਂ ਨੇ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ ਹੈਗੀ ਕਿ ਕੋਵਿਡ ਹੈ ਜਾਂ ਨਹੀਂ ਹੈ। ਉਹਨਾਂ ਨੇ ਆਪਣੇ ਰੂਲਸ ਦੇਖੇ, ਯੂਨੀਵਰਸਿਟੀਆਂ ਦੇ ਓਪਨ ਕਰਤੀਆਂ, ਐਂਡ ਮੈਨੂੰ ਲੱਗਦਾ ਹੈ ਕਿ ਜ਼ਰੂਰ ਬੱਚਿਆਂ ਨੂੰ ਬੈਨੀਫਿਟ ਲੈਣਾ ਚਾਹੀਦਾ ਹੈਗਾ। ਦੂਸਰੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ ਜਿਹੜੇ ਬੱਚਿਆਂ ਦੇ ਮਾਰਕਸ ਬਿਲੋ 60% ਹੈਗੇ ਨੇ ਇੰਗਲਿਸ਼ ਦੇ ਵਿੱਚ, ਉਹਨਾਂ ਵਾਸਤੇ ਵੀ ਆਪਸ਼ਨ ਹੈ। ਉਹ ਬੱਚੇ ਵੀ UK ਵਿੱਚ ਜਾ ਸਕਦੇ ਹੈਗੇ ਨੇ। ਡਿਪੈਂਡ ਇਹ ਕਰਦਾ ਹੈਗਾ ਕਿ ਉਸ ਬੱਚਿਆਂ ਦੇ ਵਿੱਚ ਡੈਡੀਕੇਸ਼ਨ ਕਿੰਨੀ ਹੈਗੀ ਆ। ਯੂਨੀਵਰਸਿਟੀਜ਼, ਕੁਛ ਇੱਕ ਯੂਨੀਵਰਸਿਟੀਆਂ ਨੇ ਇਹ ਆਪਸ਼ਨ ਦਿੱਤੀ ਹੈ ਕਿ ਜਿਹੜੇ ਬੱਚਿਆਂ ਦੇ ਮਾਰਕਸ 40 to 60% ਇੰਗਲਿਸ਼ ਵਿੱਚ ਹੈਗੇ ਨੇ, ਉਹ ਬੱਚਾ ਆਪਣਾ HLA ਦਾ ਟੈਸਟ ਦੇ ਕੇ ਸਿੱਧਾ ਕੈਸ ਲੈਟਰ ਲੈ ਸਕਦਾ ਹੈਗਾ। ਮੀਨਸ ਜਿਹੜੇ ਬੱਚੇ ਦੇ IELTS ਨਹੀਂ ਹੈਗੇ, ਬਟ ਅਗਰ ਉਹ ਆਪਣਾ IELTS ਦਾ ਟੈਸਟ, ਇੰਗਲਿਸ਼ ਦਾ ਇੱਕ ਟੈਸਟ ਹੁੰਦਾ HLA ਨੂੰ ਕਹਿੰਦੇ ਨੇ, ਅਗਰ ਉਹ ਟੈਸਟ ਕਲੀਅਰ ਕਰ ਜਾਂਦਾ ਹੈਗਾ then he will go straight forward to the degree program। ਉਹ ਡਿਗਰੀ ਪ੍ਰੋਗਰਾਮ ਵਿੱਚ ਜਾ ਸਕਦਾ ਹੈਗਾ ਆ ਔਰ ਉੱਥੇ ਜਾ ਕੇ ਆਪਣਾ ਡਿਗਰੀ ਕੰਪਲੀਟ ਕਰ ਸਕਦਾ। ਮੀਨਸ ਅਗਰ ਤੁਸੀਂ ਕਿਸੇ ਵੀ ਵਜ੍ਹਾ ਕਾਰਨ ਆਪਣਾ IELTS ਦਾ ਟੈਸਟ ਨਹੀਂ ਦੇ ਸਕੇ ਜਾਂ ਤੁਹਾਡਾ ਕਲੀਅਰ ਨਹੀਂ ਹੋਇਆ, ਯੂਨੀਵਰਸਿਟੀ ਆਪਣੇ ਲੈਵਲ 'ਤੇ ਟੈਸਟ ਲੈ ਕੇ ਤੁਹਾਨੂੰ ਉਸ ਯੂਨੀਵਰਸਿਟੀ ਵਿੱਚ ਐਡਮਿਸ਼ਨ ਮਿਲ ਸਕਦੀ ਆ। ਉਹ ਯੂਨੀਵਰਸਿਟੀ ਦੀ ਆਪਣੀ ਸੈਲਫ ਅਸੈਸਮੈਂਟ ਹੈਗੀ ਆ, ਉਹ ਤੁਸੀਂ ਅਗਰ ਕਲੀਅਰ ਕਰ ਜਾਂਦੇ ਹੈਗੇ ਹੋ ਦੈਨ you will also got the seat in the university। ਸੋ ਇਹ ਚੀਜ਼ ਡਿਪੈਂਡ ਕਰਦੀ ਹੈਗੀ ਆ ਤੁਹਾਡੇ ਉੱਤੇ। ਸੋ ਇਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਐਨੀ ਕੁਐਸਚਨ, ਕੋਈ ਵੀ ਕੁਐਸਚਨ ਹੈਗਾ ਆ, ਥੱਲੇ ਸਾਡੇ ਕੋਲ ਨੰਬਰ ਚੱਲਦੇ ਪਏ ਹੈਗੇ ਨੇ, ਤੁਸੀਂ ਉਹਨਾਂ 'ਤੇ ਕਾਲ ਕਰਕੇ ਸਾਨੂੰ ਪੁੱਛ ਸਕਦੇ ਹੈਗੇ ਹੋ, ਜਾਂ ਪਹਿਲਾਂ ਤੁਸੀਂ ਆਪਣੇ ਡਾਕੂਮੈਂਟਸ ਜਿਹੜੇ ਹੈਗੇ ਨੇ ਉਹ WhatsApp 'ਤੇ ਪਾ ਕੇ ਸਾਨੂੰ ਪੁੱਛ ਸਕਦੇ ਹੈਗੇ ਹੋ ਕਿ ਇਹ ਜਿਹੜੀ ਹੈਗੀ ਆ ਅਸੀਂ ਡਿਗਰੀ ਪ੍ਰੋਗਰਾਮ ਦੇ ਵਿੱਚ ਜਾਂ ਅਸੀਂ ਕਿਸ ਯੂਨੀਵਰਸਿਟੀ ਵਿੱਚ ਜਾ ਸਕਦੇ ਹਾਂ, ਸਾਡੀ ਲੋਕੇਸ਼ਨ ਕੀ ਹੈਗੀ ਆ, ਸਾਡਾ ਗੈਪ ਕਿਵੇਂ ਕਵਰ ਹੋਏਗਾ। ਕਈ ਬੱਚਿਆਂ ਦਾ ਗੈਪ ਦੀ ਪ੍ਰੋਬਲਮ ਆ ਰਹੀ ਹੈਗੀ ਆ। ਹਾਂ, ਗੈਪ ਅਗਰ ਤੁਸੀਂ ਸਟੱਡੀ ਦੇ ਬਾਅਦ ਕੋਈ ਡਿਪਲੋਮਾ ਕੀਤਾ ਹੈਗਾ ਆ, ਆਪਣੇ +2 ਤੋਂ ਬਾਅਦ ਅਗਰ ਡਿਪਲੋਮਾ ਕੀਤਾ ਹੈਗਾ, ਉਹ ਐਡਜਸਟ ਹੋ ਸਕਦਾ ਹੈਗਾ ਆ। ਔਰ ਅਗਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੈਗਾ ਆ, ਅਤੇ ਉਹ ਵੀ ਨੈਚੁਰਲੀ ਗੱਲ ਹੈਗੀ ਆ ਕਿ ਉਹਦੇ ਵਿੱਚ ਅਸੀਂ ਉਹਨਾਂ ਨੂੰ ਮੈਂਸ਼ਨ ਕਰਕੇ ਆਫਰ ਲੈਟਰ ਲੈ ਸਕਦੇ ਹੈਗੇ ਆ ਔਰ ਐਕਸਪਲੇਨ ਵੀ ਕਰ ਸਕਦੇ ਹੈਗੇ ਕਿ ਬੱਚੇ ਨੇ ਆਪਣੇ ਡਿਪਲੋਮੇ ਤੋਂ ਬਾਅਦ ਜਾਂ ਆਪਣੀ +2 ਤੋਂ ਬਾਅਦ ਜਾਂ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਇਹ ਚੀਜ਼ ਕੀਤੀ ਹੈਗੀ ਆ, ਔਰ ਉਹਦਾ ਐਕਸਪੀਰੀਅੰਸ ਲੈਟਰ ਵੈਲਿਡ ਹੋਣਾ ਚਾਹੀਦਾ ਹੈਗਾ ਆ, ਉੱਥੋਂ ਵੈਰੀਫਾਈ ਹੋਣਾ ਚਾਹੀਦਾ ਹੈਗਾ ਆ। ਇਹ ਸਿੰਪਲ ਚੀਜ਼ਾਂ ਜਿਹੜੀਆਂ ਹੈਗੀਆਂ ਅਗਰ ਆਪਾਂ ਮੈਂਸ਼ਨ ਕਰ ਦਾਂਗੇ ਤਾਂ ਫਿਰ ਸਾਨੂੰ ਨੋ ਡਾਊਟ ਵੀਜ਼ਾ ਵੀ ਮਿਲੇਗਾ ਐਂਡ ਅਸੀਂ ਉੱਥੇ ਜਾ ਕੇ ਆਪਣੀ ਪ੍ਰੋਪਰ ਸਟੱਡੀ ਕਰ ਸਕਦੇ ਹਾਂ। ਰੈਸਟ ਆਫ ਥਿੰਗਸ ਤੁਸੀਂ ਆਪਣਾ ਇਸ ਨੰਬਰ 'ਤੇ ਕੰਟੈਕਟ ਕਰਕੇ ਤੁਸੀਂ ਕਦੀ ਵੀ ਕਾਲ ਕਰਕੇ ਪੁੱਛ ਸਕਦੇ ਹੈਗੇ, ਅਸੀਂ ਤੁਹਾਨੂੰ ਇਮੀਡੀਏਟਲੀ ਜੁਆਇਨ ਕਰਾਂਗੇ। ਥੈਂਕ ਯੂ, ਮਿਹਰਬਾਨੀ।